ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੋ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪ ਜੀ ਨੇ ਦੇਖਿਆ ਹੋਵੇਗਾ ਕਿ ਜੋ ਮਸੰਦਾਂ ਬਾਰੇ ਦੱਸਿਆ ਸੀ ਕਿ ਮਸੰਦਾਂ ਦੀ ਪ੍ਰਥਾ ਕਿਸ ਗੁਰੂ ਸਾਹਿਬਾਨ ਤੋਂ ਸ਼ੁਰੂ ਹੋਈ ਸੀ ਤੇ ਕਿੰਨਾ ਸਤਿਕਾਰ ਹੁੰਦਾ ਸੀ ਮਸੰਦਾਂ ਦਾ। ਤੇ ਅੱਜ ਅਸੀਂ ਵਿਚਾਰ ਕਰਾਂਗੇ ਕਿ ਪ੍ਰਥਾ ਜੋ ਮਸੰਦਾਂ ਦੀ ਸੀ ਕਿਸ ਗੁਰੂ ਸਾਹਿਬਾਨ ਨੇ ਖਤਮ ਕੀਤੀ, ਕੀ ਕਾਰਨ ਬਣਿਆ ਸੀ। ਹੁਣ ਜਿਸ ਸਮੇਂ ਇਹਨਾਂ ਮਸੰਦਾਂ ਦੇ ਕੋਲ ਜੋ ਗੁਰੂ ਦੀ ਕਾਰ ਸੇਵਾ ਸੀ, ਜੋ ਦਰਸ਼ਨ ਵਾਸਤੇ ਸੰਗਤ ਆਉਂਦੀ ਸੀ, ਗੁਰੂ ਜੀ ਦੇ ਦਰਸ਼ਨ ਕਰਕੇ ਤੇ ਕਾਰ ਭੇਟਾ ਦਿੰਦੇ ਸਨ, ਗੁਰੂ ਦੀ ਦਰਸ਼ਨੀ ਭੇਟਾ ਦਿੰਦੇ ਸਨ, ਤੇ ਉਹ ਸਾਰੀ ਸੇਵਾ ਭਾਵੇਂ ਕੋਈ ਸੋਨਾ ਹੋਵੇ, ਵਸਤਰ ਹੋਣ, ਕੋਈ ਗਹਿਣੇ ਗੱਟੇ ਹੋਰ ਮਹਿੰਗੇ ਤੋਂ ਮਹਿੰਗੇ, ਉਹ ਸਭ ਮਸੰਦਾਂ ਦੇ ਕੋਲ ਹੋਇਆ ਕਰਦੇ ਸਨ। ਜੋ ਲੇਖਾ ਜੋਖਾ ਸੀ ਮਸੰਦ ਕਰਿਆ ਕਰਦੇ ਸਨ। ਸੇਵਾ ਪਾਣੀ ਦੀ ਜ਼ਿੰਮੇਵਾਰੀ ਮਸੰਦਾਂ ਕੋਲੇ ਸੀ। ਹੁਣ ਜਦੋਂ ਕੁਦਰਤ ਦੇ ਰੰਗ ਇਹਨਾਂ ਮਸੰਦਾਂ ਦੇ ਕੋਲ ਬਹੁਤ ਜ਼ਿਆਦਾ ਧਨ ਜੁੜ ਗਿਆ ਤੇ ਮੱਤ ਐਸੀ ਮਾਰੀ ਗਈ ਤੇ ਹੰਕਾਰ ਗਏ। ਹੰਕਾਰ ਦੇ ਵਿੱਚ ਆ ਕੇ ਸੰਗਤ ਦਾ ਸਤਿਕਾਰ ਕਰਨੋਂ ਹਟ ਗਏ ਸਨ। ਸੰਗਤ ਨੂੰ ਚੰਗਾ ਸਮਝਦੇ ਨਹੀਂ ਸੀ। ਜੋ ਧਨ ਜ਼ਿਆਦਾ ਲਿਆਉਂਦਾ ਸੀ, ਕੋਈ ਕੀਮਤੀ ਵਸਤੂਆਂ ਲੈ ਕੇ ਆਉਂਦਾ ਸੀ, ਉਹਨਾਂ ਦਾ ਸਤਿਕਾਰ ਕਰਿਆ ਕਰਦੇ ਸਨ ਤੇ ਆਮ ਸੰਗਤ ਤੋਂ ਦੂਰ ਹੁੰਦੇ ਸਨ। ਜੋ ਇਹਨਾਂ ਦੀ ਸੇਵਾ ਵਾਲੀ ਭਾਵਨਾ ਸੀ ਉਹ ਖਤਮ ਹੋ ਚੁੱਕੀ ਸੀ। ਇੰਨੇ ਹੰਕਾਰ ਗਏ ਸੀ ਕਿ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰਾਉਂਦੇ ਸਨ ਤੇ ਅਪਸ਼ਬਦ ਬੋਲਿਆ ਕਰਦੇ ਸਨ। ਇਹਨਾਂ ਗੱਲਾਂ ਤੋਂ ਸੰਗਤ ਵੀ ਬੜਾ ਦੁਖੀ ਹੋਈ। ਤੇ ਹੁਣ ਦੂਸਰੇ ਪਾਸੇ ਇੱਕ ਵੱਡੀ ਗਲਤੀ ਇਹਨਾਂ ਨੇ ਹੋਰ ਕੀਤੀ ਕਿ ਜਿਸ ਸਮੇਂ ਸੱਤਵੇਂ ਪਾਤਸ਼ਾਹ ਹਰ ਰਾਏ ਸਾਹਿਬ ਜੀ ਇਹਨਾਂ ਦੇ ਸਪੁੱਤਰ ਰਾਮ ਰਾਏ ਹੋਏ ਹਨ ਤੇ ਗੁਰੂ ਸਾਹਿਬ ਜੀ ਨੇ ਭਾਵੇਂ ਇਹਨਾਂ ਨੂੰ ਤਿਆਗ ਦਿੱਤਾ ਸੀ, ਉਸ ਤੋਂ ਬਾਅਦ ਰਾਮ ਰਾਏ ਦੀ ਸ਼ਾਦੀ ਹੋਈ ਹੈ, ਆਪਣਾ ਕਾਰੋਬਾਰ ਚਲਾਇਆ ਤੇ ਇਹਨਾਂ ਕੋਲ ਵੀ ਸੰਗਤ ਆਉਂਦੀ ਹੈ ਤੇ ਜਿੰਨੇ ਵੀ ਮਸੰਦ ਸਨ ਉਹਨਾਂ ਕੋਲ ਵੀ ਚੰਗਾ ਪੈਸਾ ਹੋਇਆ ਤੇ ਜ਼ਿਆਦਾ ਪੈਸਾ ਹੋਣ ਕਾਰਨ ਜਿੰਨੇ ਵੀ ਇਹਨਾਂ ਕੋਲੇ ਮਸੰਦ ਸਨ ਉਹ ਹੰਕਾਰੀ ਹੋ ਗਏ ਸਨ। ਤੇ ਇੱਕ ਦਿਨ ਰਾਮ ਰਾਏ ਜੀ ਆਪਣੀ ਧਰਮ ਪਤਨੀ ਨੂੰ ਕਹਿਣ ਲੱਗੇ ਹੈ
ਜਿਸ ਦਾ ਇਤਿਹਾਸ ਦੇ ਵਿੱਚ ਪੰਜਾਬ ਕੌਰ ਨਾਮ ਮਿਲਦਾ ਹੈ। ਤੇ ਉਹਨਾਂ ਨੂੰ ਕਹਿਣ ਲੱਗਿਆ ਕਿ ਅਸੀਂ ਕਿਸੇ ਕੰਮ ਜਾ ਕੇ ਆਉਣਾ ਹੈ, ਕੋਈ ਬਹੁਤ ਜ਼ਰੂਰੀ ਕੰਮ ਹੈ, ਤੇ ਸਾਡਾ ਸਰੀਰ ਇੱਥੇ ਰਹੇਗਾ ਤੇ ਆਤਮਾ ਕਿਸੇ ਪਾਸੇ ਜਾਵੇਗੀ, ਤੇ ਅਸੀਂ ਇੰਨੇ ਸਮੇਂ ਨੂੰ ਵਾਪਸ ਆਵਾਂਗੇ ਤੇ ਸਾਡੇ ਸਰੀਰ ਨੂੰ ਹਿਲਾਉਣਾ ਨਹੀਂ। ਇਸ ਕਮਰੇ ਦੇ ਵਿੱਚ ਕਿਸੇ ਨੇ ਆਉਣਾ ਨਹੀਂ। ਤੇ ਰਾਮ ਰਾਏ ਨੇ ਪੰਜਾਬ ਕੌਰ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਸਨ। ਤੇ ਉਹਨਾਂ ਨੇ ਸਤ ਬਚਨ ਕਿਹਾ। ਹੁਣ ਜਿਸ ਸਮੇਂ ਰਾਮ ਰਾਏ ਨੇ ਆਪਣੇ ਸਰੀਰ ਦੇ ਵਿੱਚੋਂ ਆਪਣੀ ਆਤਮਾ ਵੱਖ ਕੀਤੀ ਹੈ ਤੇ ਆਪਣੇ ਕਾਰਜ ਲਈ ਸਰੀਰ ਨੂੰ ਇੱਥੇ ਛੱਡ ਕੇ ਚਲੇ ਗਏ ਹੈ, ਤੇ ਹੁਣ ਦੂਸਰੇ ਦਿਨ ਜਿਵੇਂ ਰਾਮ ਰਾਏ ਆਪਣੇ ਮਸੰਦਾਂ ਨੂੰ ਦਰਸ਼ਨ ਦਿੰਦੇ ਸਨ, ਉਹਨਾਂ ਦੇ ਨਾਲ ਬਚਨ ਵਿਲਾਸ ਕਰਿਆ ਕਰਦੇ ਸਨ। ਅੱਜ ਉਹ ਮਸੰਦ ਉਡੀਕ ਰਹੇ ਹੈ ਤੇ ਉਹਨਾਂ ਦਾ ਸਿੰਘਾਸਨ ਜਿੱਥੇ ਬੈਠਦੇ ਸਨ ਅੱਜ ਖਾਲੀ ਪਿਆ ਹੈ। ਤੇ ਮਸੰਦਾਂ ਨੇ ਪੁੱਛਿਆ ਤੇ ਮਾਤਾ ਨੇ ਜਵਾਬ ਦਿੱਤਾ ਕਿ ਅਜੇ ਵਿਸ਼ਰਾਮ ਕਰ ਰਹੇ ਆ, ਅੱਜ ਤੁਹਾਨੂੰ ਮਿਲਣਗੇ ਨਹੀਂ। ਦੂਸਰਾ ਦਿਨ ਵੀ ਬਤੀਤ ਹੋਇਆ ਤੇ ਇੱਥੇ ਗੁਰਮ ਪਿਆਰੋ ਕਈਆਂ ਦੇ ਮਨ ਦੇ ਵਿੱਚ ਸ਼ੰਕਾ ਵੀ ਆ ਜਾਂਦਾ ਹੈ ਕਿ ਸਰੀਰ ਦੇ ਨਾਲੋਂ ਵੱਖ ਕਿਵੇਂ ਹੋ ਸਕਦੇ ਆ, ਕਿਉਂਕਿ ਜੁਗਤੀਆਂ ਹੁੰਦੀਆਂ ਹਨ, ਜੁਗਤੀ ਦੇ ਨਾਲ ਮੁਕਤੀ ਹੁੰਦੀ ਹੈ। ਜਿਹੜੇ ਇਨਸਾਨ ਪਰਮਾਤਮਾ ਦਾ ਨਾਮ ਜਪਦੇ ਹਨ ਜਾਂ ਸਾਸ ਗ੍ਰਾਸ ਕਰਦੇ ਹਨ, ਉਹਨਾਂ ਨੂੰ ਇਹ ਢੰਗ ਆ ਜਾਂਦਾ ਹੈ। ਜਿਨ੍ਹਾਂ ਦਾ 10ਵਾਂ ਦੁਆਰ ਖੁੱਲ੍ਹ ਜਾਂਦਾ ਹੈ ਉਹ ਇਸ ਗੱਲ ਤੋਂ ਜਾਣੂ ਹੋ ਜਾਂਦੇ ਹਨ। ਜੋ ਗੁਰੂ ਦੇ ਭਗਤ ਹੁੰਦੇ ਹਨ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਲਿਵ ਜੁੜ ਜਾਂਦੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਇਸ ਸੰਸਾਰ 'ਤੇ ਆਉਂਦੇ ਹਨ ਤੇ ਆਪਣੀ ਮਰਜ਼ੀ ਦੇ ਨਾਲ ਸੰਸਾਰ ਤੋਂ ਚਲੇ ਜਾਂਦੇ ਹਨ, ਕਿਉਂਕਿ ਉਹ ਪਰਮਾਤਮਾ ਦੇ ਨਾਲ ਜੁੜ ਕੇ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਸੋ ਇਸ ਤਰ੍ਹਾਂ 8 ਪਹਿਰ ਬੀਤ ਚੁੱਕੇ ਸਨ, ਪਰ ਫਿਰ ਵੀ ਆਪਣੇ ਮਸੰਦਾਂ ਨੂੰ ਜੋ ਦਰਸ਼ਨ ਨਾ ਹੋਏ ਤੇ ਰਾਮ ਰਾਏ ਦੇ ਮਸੰਦਾਂ ਨੇ ਉਸ ਸਥਾਨ ਤੋਂ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮਾਤਾ ਪੰਜਾਬ ਕੌਰ ਨੇ ਕਿਹਾ ਕਿ ਨਹੀਂ, ਤੁਸੀਂ ਇਹ ਦਰਵਾਜ਼ਾ ਨਹੀਂ ਖੋਲ੍ਹਣਾ, ਕਿਉਂਕਿ ਸਾਨੂੰ ਸਭ ਕੁਝ ਦੱਸ ਕੇ ਗਏ ਹੈ ਤੇ ਤੁਹਾਨੂੰ ਥੋੜ੍ਹੇ ਚਿਰ ਬਾਅਦ ਦਰਸ਼ਨ ਹੋ ਜਾਣਗੇ। ਸਾਰੀ ਗੱਲ ਫਿਰ ਮਾਤਾ ਪੰਜਾਬ ਕੌਰ ਨੇ ਇਹਨਾਂ ਮਸੰਦਾਂ ਨੂੰ ਸੁਣਾਈ ਹੈ, ਪਰ ਮਸੰਦਾਂ ਨੂੰ ਇਹ ਸੀ ਕਿ ਰਾਮ ਰਾਏ ਸਰੀਰ ਛੱਡ ਚੁੱਕੇ ਹਨ, ਇਹ ਦੁਨੀਆ ਨੂੰ ਛੱਡ ਚੁੱਕੇ ਹਨ, ਨਹੀਂ ਤਾਂ ਹੁਣ ਨੂੰ ਸਾਨੂੰ ਦਰਸ਼ਨ ਦੇ ਦਿੰਦੇ।
ਇਹ ਮਾਤਾ ਭੋਲੀ ਹੈ, ਇਹ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਹਨ। ਤੇ ਗੁਰੂ ਨੇ ਕਿਹਾ ਹੋਣਾ ਕਿ ਇਹ ਵਿਰਲਾਪ ਨਾ ਕਰਨ, ਇਸ ਕਰਕੇ ਉਹਨਾਂ ਨੂੰ ਧੀਰਜ ਦਿੱਤਾ ਹੋਣਾ ਹੈ, ਪਰ ਉਹ ਸਰੀਰ ਛੱਡ ਚੁੱਕੇ ਹਨ। ਤੇ ਕੁਛ ਇਹਨਾਂ ਜਿਹੜੇ ਮੇਨ ਮਸੰਦ ਸੀ, ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸਾ ਸੀ, ਜ਼ਿਆਦਾ ਹੰਕਾਰੀ ਸਨ, ਇਹਨਾਂ ਨੂੰ ਇੰਜ ਲੱਗਿਆ ਕਿ ਇਸ ਤੋਂ ਬਾਅਦ ਗੱਦੀ ਸਾਡੇ ਕੋਲ ਆ ਜਾਵੇਗੀ ਰਾਮ ਰਾਏ ਦੀ, ਤੇ ਸਭ ਧਨ ਮਾਲ ਜੋ ਸਾਡਾ ਹੋ ਜਾਵੇਗਾ। ਤੇ ਉਸ ਸਮੇਂ ਧੱਕੇ ਦੇ ਨਾਲ ਦਰਵਾਜ਼ਾ ਨੂੰ ਖੋਲ੍ਹਣ ਲੱਗੇ ਹੈ। ਮਾਤਾ ਪੰਜਾਬ ਕੌਰ ਨੇ ਬੜਾ ਇਹਨਾਂ ਨੂੰ ਸਮਝਾਇਆ, ਪਰ ਸਮਝ ਨਹੀਂ ਆਈ ਇਹਨਾਂ ਨੂੰ। ਤੇ ਮਾਤਾ ਆਪਣੇ ਮਨ ਦੇ ਵਿੱਚ ਹੀ ਅਰਦਾਸ ਬੇਨਤੀ ਕਰਨ ਲੱਗੀ ਹੈ ਕਿ ਸੁਆਮੀ ਜੀ ਤੁਸੀਂ ਇੱਥੇ ਪਹੁੰਚੋ। ਤੇ ਹੁਣ ਧੱਕੇ ਦੇ ਨਾਲ ਰਾਮ ਰਾਏ ਦਾ ਸਰੀਰ ਚੁੱਕਿਆ, ਦੂਰ ਦੂਰ ਤੱਕ ਗੱਲ ਫੈਲ ਗਈ ਹੈ ਕਿ ਰਾਮ ਰਾਏ ਆਪਣਾ ਸਰੀਰ ਛੱਡ ਚੁੱਕੇ ਹਨ ਤੇ ਇਹਨਾਂ ਦਾ ਸੰਸਕਾਰ ਕਰਨਾ ਹੈ। ਸਭ ਤਿਆਰੀਆਂ ਕੀਤੀਆਂ ਗਈਆਂ। ਮਾਤਾ ਜੀ ਦੇ ਮਨ ਦੇ ਵਿੱਚ ਬੜਾ ਵਿਰਾਗ ਹੈ ਕਿ ਮਸੰਦ ਕਹਿਰ ਕਮਾ ਰਹੇ ਹੈ, ਇਹਨਾਂ ਨੂੰ ਸਮਝ ਨਹੀਂ, ਇਹ ਅਕਲ ਤੋਂ ਹੀਣੇ ਹਨ। ਹੁਣ ਆਤਮਾ ਦੇ ਨਾਲ ਰਾਮ ਰਾਏ ਨੂੰ ਪੁਕਾਰ ਰਹੀ ਹੈ। ਤੇ ਉਸ ਸਮੇਂ ਇਹਨਾਂ ਮਸੰਦਾਂ ਨੇ ਰਾਮ ਰਾਏ ਦਾ ਸੰਸਕਾਰ ਕਰਨ ਵਾਸਤੇ ਸਾਰੀ ਤਿਆਰੀ ਕਰ ਚੁੱਕੇ ਸਨ। ਚੰਦਨ ਦੀ ਲੱਕੜ ਮੰਗਾਈ ਹੈ। ਤੇ ਉਸ ਸਮੇਂ ਜਦੋਂ ਸਾਰੀ ਤਿਆਰੀ ਹੋ ਚੁੱਕੀ ਸੀ, ਚਿਖਾ ਨੂੰ ਅਗਨ ਭੇਟ ਕੀਤਾ। ਉਸ ਸਮੇਂ ਮਾਤਾ ਜੀ ਦੀ ਪੁਕਾਰ ਜਦੋਂ ਸੁਣੀ ਹੈ ਤੇ ਰਾਮ ਰਾਏ ਜੀ ਉੱਥੇ ਪਹੁੰਚੇ ਹੈ। ਦੇਖਿਆ ਕਿ ਇਹ ਮਸੰਦ ਕਹਿਰ ਕਮਾ ਰਹੇ ਹੈ। ਆਕਾਸ਼ਵਾਣੀ ਵੀ ਹੋਈ ਹੈ, ਪਰ ਉਹਨਾਂ ਦੀ ਸਮਝ ਤੋਂ ਬਾਹਰ ਸੀ। ਤੇ ਹੁਣ ਰਾਮ ਰਾਏ ਜੀ ਨੇ ਕਿਹਾ ਕਿ ਜੋ ਭਾਣਾ ਵਰਤਣਾ ਸੀ ਉਹ ਵਰਤ ਗਿਆ, ਤੇ ਵਾਪਸ ਸੱਚਖੰਡ ਨੂੰ ਚਲੇ ਗਏ ਹੈ। ਇਹਨਾਂ ਦੀ ਆਤਮਾ ਚਲੀ ਗਈ ਹੈ ਤੇ ਸਰੀਰ ਨੂੰ ਸਾੜ ਦਿੱਤਾ ਹੈ। ਤੇ ਪਰ ਉਹ ਜਾਂਦੇ ਜਾਂਦੇ ਬਚਨ ਕਹਿ ਗਏ ਸਨ ਕਿ ਮਸੰਦੋ, ਤੁਸੀਂ ਆਪਣੇ ਗੁਰੂ ਦੀ ਉਡੀਕ ਨਹੀਂ ਕੀਤੀ, ਆਪਣੇ ਗੁਰੂ ਤੇ ਭਰੋਸਾ ਨਹੀਂ ਕੀਤਾ, ਤੁਸੀਂ ਹੰਕਾਰ ਗਏ ਹੋ। ਮਾਇਆ ਨੇ ਤੁਹਾਡੀ ਮੱਤ ਮਾਰ ਦਿੱਤੀ ਹੈ। ਇੰਨਾ ਹੰਕਾਰ ਕਿ ਤੁਸੀਂ ਆਪਣੇ ਗੁਰੂ ਦਾ ਸਰੀਰ ਸਾੜ ਦਿੱਤਾ ਹੈ। ਜੋ ਅਜੇ ਜਿਉਂਦਾ ਸੀ, ਇਸ ਸਰੀਰ ਨੂੰ ਅਜੇ ਲੋੜ ਸੀ। ਤੇ ਉਸ ਸਮੇਂ ਮਾਤਾ ਨੇ ਵੀ ਬੜੇ ਤਰਲੇ ਪਾਏ ਸਨ ਕਿ ਤੁਸੀਂ ਅਜੇ ਰੁਕ ਜਾਓ, ਇਹ ਸਰੀਰ ਬੜਾ ਉਵੇਂ ਕੋਮਲ ਪਿਆ ਹੈ। ਤੇ ਜਿਸ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਣ ਤੇ ਉਸ ਸਰੀਰ ਦਾ ਥੋੜ੍ਹੇ ਸਮੇਂ ਬਾਅਦ ਫਰਕ ਪੈ ਜਾਂਦਾ ਹੈ। ਇਹਨਾਂ ਮਸੰਦਾਂ ਨੇ ਨਾ ਸੁਣਿਆ ਤੇ ਰਾਮ ਰਾਏ ਜੀ ਦੇ ਸਰੀਰ ਨੂੰ ਅਗਨ ਭੇਟ ਕਰ ਦਿੱਤਾ ਸੀ। ਤੇ ਉਸ ਸਮੇਂ ਰਾਮ ਰਾਏ ਨੇ ਬਚਨ ਕੀਤੇ ਸਨ ਕਿ ਮਸੰਦੋ, ਕੋਈ ਸਮਾਂ ਆਵੇਗਾ ਤੇ ਤੁਹਾਡੇ ਹੰਕਾਰ ਨੂੰ ਮਾਰ ਪਵੇਗੀ। ਜਿਵੇਂ ਤੁਸੀਂ ਮੇਰਾ ਸਰੀਰ ਸਾੜਿਆ
ਤੇ ਤੁਹਾਨੂੰ ਜਿਉਂਦਿਆਂ ਨੂੰ ਸਾੜਿਆ ਜਾਵੇਗਾ। ਕੁਝ ਸਮਾਂ ਬਤੀਤ ਹੋਇਆ ਹੈ, ਬਿਰਧ ਬਣੀ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਹਨਾਂ ਦਾ ਮਾਤਾ ਜੀ ਦਾ ਮੇਲ ਹੋਇਆ ਹੈ। ਤੇ ਉਸ ਸਮੇਂ ਦੱਸਿਆ ਕਿ ਸਾਰਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਾਇਆ ਸੀ। ਤੇ ਉਸ ਸਮੇਂ ਦੇ ਵਿੱਚ ਵੀ ਜਿਹੜੇ ਮਸੰਦ ਸਨ ਬਹੁਤ ਹੰਕਾਰ ਚੁੱਕੇ ਸਨ ਤੇ ਸੰਗਤਾਂ ਦੇ ਨਾਲ ਦੁਰਵਿਹਾਰ ਕਰਦੇ ਸਨ। ਜੋ ਸੰਗਤ ਧਨ ਮਾਲ ਲੈ ਕੇ ਆਉਂਦੀ ਸੀ ਉਹ ਇਹ ਮਸੰਦ ਸਾਰਾ ਹੜੱਪ ਕਰ ਜਾਂਦੇ ਸਨ। ਤੇ ਇਹ ਸਭ ਕੁਝ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਿਆ ਤੇ ਇਹ ਦੋਨੇ ਵਿਚਾਰਾਂ ਇਕੱਠੀਆਂ ਹੋਈਆਂ। ਰਾਮ ਰਾਏ ਜੀ ਦਾ ਵੀ ਪ੍ਰਸੰਗ ਦਾ ਪਤਾ ਲੱਗਿਆ ਤੇ ਜੋ ਸੰਗਤ ਦੇ ਨਾਲ ਇਹ ਵਿਹਾਰ ਕਰਦੇ ਸਨ, ਸੰਗਤਾਂ ਨੇ ਵੀ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਹੈ। ਤੇ ਉਸ ਸਮੇਂ ਸਾਰੇ ਮਸੰਦਾਂ ਨੂੰ ਬੁਲਾਇਆ ਗਿਆ। ਤਕਰੀਬਨ ਕਹਿੰਦੇ 1100 ਮਸੰਦ ਸਨ ਉਸ ਸਮੇਂ ਦੇ ਵਿੱਚ। ਤੇ 10ਵੇਂ ਪਾਤਸ਼ਾਹ ਦੀ ਜਿੰਨੀ ਵੀ ਫੌਜ ਸੀ ਸਾਰਿਆਂ ਨੇ ਇਹਨਾਂ ਮਸੰਦਾਂ ਨੂੰ ਫੜਿਆ ਤੇ ਤੇਲ ਦੇ ਕੜਾਹੇ ਉਬਾਲੇ ਗਏ ਹੈ ਤੇ ਉਹਨਾਂ ਨੂੰ ਬੰਨ੍ਹ ਕੇ ਜਿੰਨੇ ਮਸੰਦ ਸਨ ਜਿਉਂਦਿਆਂ ਨੂੰ ਸਾੜਿਆ ਗਿਆ। ਤੋਂ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਜੋ ਇਹ ਮਸੰਦ ਸਨ ਇਹਨਾਂ ਦੀ ਪ੍ਰਥਾ ਜੋ ਇਹਨਾਂ ਨੇ ਖਤਮ ਕੀਤੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਇੱਕ ਸਿੱਖ ਨੂੰ ਕਿਹਾ ਕਿ ਹੁਣ ਕਿਸੇ ਦੀ ਲੋੜ ਨਹੀਂ, ਜੋ ਸੰਗਤ ਆਉਂਦੀ ਹੈ ਉਹ ਆਪਣੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰੇ ਤੇ ਗੁਰਸਿੱਖੀ ਦੇ ਵਿੱਚ ਪਰਪੱਕ ਰਵੇ, ਬਾਣੀ ਤੇ ਬਾਣੇ ਦੇ ਵਿੱਚ ਪਰਪੱਕ ਰਹੇ ਤੇ ਤੁਹਾਨੂੰ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਮਿਲਣਗੀਆਂ। ਤੇ ਉਸ ਤੋਂ ਬਾਅਦ ਜੋ ਸੇਵਾਦਾਰ ਹਰ ਇੱਕ ਸੰਗਤ ਦਾ ਜੀ ਆਪਣੀ ਸ਼ਰਧਾ ਭਾਵਨਾ ਲੈ ਕੇ ਗੁਰੂ ਜੀ ਦੇ ਕੋਲ ਆਉਂਦੇ ਸਨ, ਦਰਸ਼ਨੀ ਭੇਟਾ ਦਿੰਦੇ ਸਨ, ਸ਼ਾਸਤਰ ਵਾਸਤਰ ਦਿੰਦੇ ਸਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ। ਸੋ ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਉਹ ਹੰਕਾਰੇ ਹੋਏ ਮਸੰਦਾਂ ਨੂੰ ਜਿਉਂਦੇ ਜੀ ਸਾੜਿਆ ਸੀ, ਉਹਨਾਂ ਦਾ ਹੰਕਾਰ ਸੀ, ਉਹ ਪ੍ਰਥਾ ਖਤਮ ਕੀਤੀ ਤੇ ਗੁਰੂ ਦੀ ਸੰਗਤ ਨੂੰ ਵਡਿਆਈ ਦਿੱਤੀ। ਇਹ ਸੀ ਅੱਜ ਦੀ ਵਿਚਾਰ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹਨ। ਸਾਰੇ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।